ਦੁਨੀਆ ਦੇ ਹਰ ਬਸ਼ਰ ਨੂੰ, ਹਰ ਪ੍ਰਾਣੀ ਨੂੰ ਤੇ ਹਰ ਇਨਸਾਨ ਨੂੰ ਅੱਜ ਦਾ ਦਿਨ ਮੁਬਾਰਕ ਹੋਵੇ। ਜਿੰਨਾ ਦਿਨ ਲੰਘ ਗਿਆ ਸਾਡਾ, ਉਸ ਦਾ ਸ਼ੁਕਰ ਕਰਦੇ ਹਾਂ ਕਿ ਬਹੁਤ ਸੋਹਣਾ ਲੰਘ ਗਿਆ। ਜਿੰਨਾ ਬਾਕੀ ਸਾਡਾ ਰਹਿ ਗਿਆ, ਆਓ ਰਲ ਮਿਲ ਕੇ ਅਰਦਾਸ ਕਰੀਏ ਕਿ ਸੱਚਾ ਪਾਤਸ਼ਾਹ ਸੁੱਖਾਂ ਦਾ ਹੋਵੇ, ਖੁਸ਼ੀਆਂ ਭਰਿਆ ਹੋਵੇ, ਤਾਂ ਤੇਰੇ ਪਾਣੀ ਵਿੱਚ ਰਹਿਣ ਵਾਲਾ ਹੋਵੇ। ਲਾਈਨਾਂ ਕੁਝ ਦਿਮਾਗ 'ਚ ਆ ਰਹੀਆਂ। ਲਿਖਣ ਵਾਲੇ ਨੇ ਲਿਖਿਆ ਕਿ ਅਮਲਾਂ ਵਾਲੇ ਲੰਘ ਜਾਂਦੇ, ਅਮਲਾਂ ਵਾਲੇ ਲੰਘ ਜਾਂਦੇ ਤੇ ਮੂਰਖ ਗੋਤੇ ਖਾਂਦੇ। ਅਮਲਾਂ ਵਾਲੇ ਲੰਘ ਜਾਂਦੇ ਤੇ ਮੂਰਖ ਗੋਤੇ ਖਾਂਦੇ। ਉਹ ਡੁੱਬਣ ਨਾ ਦੇਣ ਮੁਹੰਮਦ ਬਖਸ਼ਾ, ਕਾਮਿਲ ਪੀਰ ਜਿਨ੍ਹਾਂ ਦੇ। ਜਿਸ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਨ ਸਤਿਗੁਰ ਮਿਲ ਗਿਆ, ਉਸ ਦੇ ਬਾਰੇ ਨਿਆਰੇ ਹੋ ਜਾਂਦੇ ਨੇ। ਉਸ ਨੂੰ ਪੁੱਛੋ ਜ਼ਿੰਦਗੀ ਜੀਣ ਦਾ ਮਜ਼ਾ ਕਿਸ ਤਰ੍ਹਾਂ ਆਉਂਦਾ। ਅੱਗੇ ਗੱਲਬਾਤ ਕਰਨ ਤੋਂ ਪਹਿਲਾਂ ਆਪ ਜੀ ਦੇ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਾਂ। ਕਈ ਦਫਾ ਅਸੀਂ ਸੋਚਦੇ ਹਾਂ, ਅਸੀਂ ਦੁਨੀਆ ਦੇ ਵਿੱਚ ਜਿੰਨੇ ਵੀ ਕੰਮਕਾਰ ਕਰਦੇ ਹਾਂ, ਘਰਾਂ ਦੇ ਕੰਮ ਕਰਨੇ, ਬਾਹਰਲੇ ਕੰਮ ਕਰਨੇ, ਆਫਿਸ ਦੇ ਕੰਮ ਕਰਨੇ, ਕੋਈ ਵੀ ਦੁਨਿਆਵੀ ਕੰਮ ਅਸੀਂ ਕਰਦੇ ਹਾਂ ਜ਼ਿੰਦਗੀ ਨੂੰ ਜੀਣ ਵਾਸਤੇ, ਜਾਂ ਹੋਰ ਕੋਈ ਵੀ ਕੰਮ ਕਰਦੇ ਹਾਂ ਆਪਣੇ ਸਰੀਰ ਨੂੰ ਖੁਸ਼ੀ ਦੇਣ ਵਾਸਤੇ, ਲਗਜ਼ਰੀ ਲਾਈਫ ਲੈਣ ਵਾਸਤੇ। ਤੇ ਕਈ ਦਫਾ ਕੰਮ ਕਰਦਿਆਂ ਨਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦੀ ਦੁਰਘਟਨਾ, ਇੱਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ, ਤੇ ਅਸੀਂ ਕੀ ਕਹਿੰਦੇ ਆ ਕਿ ਇਹ ਤਾਂ ਲੇਖਾਂ ਦੀ ਲਿਖਣੀ ਹੈ। ਇਹ ਤਾਂ ਜੋ ਅਸੀਂ ਲੇਖ ਲਿਖਾ ਕੇ ਆਏ ਹਾਂ ਨਾ ਰੱਬ ਤੋਂ, ਜੋ ਅਸੀਂ ਆਪਣੇ ਕਰਮ, ਆਪਣੇ ਕੰਮਕਾਰ ਲਿਖਾ ਕੇ ਆਏ ਹਾਂ, ਇਹ ਉਹੀ ਅਸੀਂ ਕਰ ਰਹੇ ਹਾਂ। ਜਿਸ ਤਰ੍ਹਾਂ ਐਗਜ਼ਾਮਪਲ ਆਪ ਜੀ ਨਾਲ ਸਾਂਝੀ ਕਰਾਂ ਕਿ ਕੋਈ ਵੀ ਕੰਮ ਇੱਦਾਂ ਦਾ ਹੋਵੇ ਜਿਹਦੇ ਵਿੱਚ ਅਸੀਂ ਇਹ ਗੱਲ ਕਹਿਣ ਲਈ ਮਜਬੂਰ ਹੋ ਜਾਈਏ ਕਿ ਇਹ ਤਾਂ ਕਰਮਾਂ ਦਾ ਫਲ ਆ, ਇਹ ਤਾਂ ਜੋ ਕਰਮਾਂ 'ਚ ਸਾਡੇ ਲਿਖਿਆ ਆ ਉਹੀ ਸਾਨੂੰ ਮਿਲਣਾ, ਤੇ ਜੋ ਕਰਮਾਂ 'ਚ ਸਾਡੇ ਲਿਖਿਆ ਸੀ ਉਹੀ ਸਾਡੇ ਨਾਲ ਹੋ ਰਿਹਾ। ਇਹ ਅਸੀਂ ਅਕਸਰ ਇਹ ਗੱਲ ਕਹਿ ਦਿੰਦੇ ਹਾਂ। ਤੇ ਦੂਸਰੇ ਪਾਸੇ ਅਸੀਂ ਇਹ ਕਲੇਮ ਵੀ ਕਰਦੇ ਹਾਂ ਕਿ ਜਦੋਂ ਅਸੀਂ ਆਪਣੇ ਆਪ ਨੂੰ ਜਾਂ ਕਿਸੇ ਨੂੰ ਦੇਖਦੇ ਹਾਂ ਕੋਈ ਗਲਤ ਕੰਮ ਕਰਦਾ, ਤੇ ਅਸੀਂ ਸੁਭਾਵਿਕ ਹੀ ਕਹਿ ਦਿੰਦੇ ਹਾਂ ਕਿ ਤੈਨੂੰ ਤੇਰੇ ਕਰਮਾਂ ਦਾ ਜਾਂ ਮੈਨੂੰ ਮੇਰੇ ਕਰਮਾਂ ਦਾ ਲੇਖਾ ਜੋਖਾ ਧਰਮ ਰਾਏ ਨੂੰ ਦੇਣਾ ਪੈਣਾ। ਏਦਾਂ ਦੁਨਿਆਵੀ ਜ਼ਿੰਦਗੀ 'ਚ ਰਹਿੰਦੇ ਅਸੀਂ ਦੁਨਿਆਵੀ ਇਹ ਗੱਲਾਂ ਕਰ ਜਾਂਦੇ ਹਾਂ। ਤੇ ਇੱਥੇ ਦੋਸਤੋ ਸਿੱਖਣ ਵਾਲੀ ਗੱਲ ਇਹ ਆ ਵੀ ਪਹਿਲਾਂ ਤਾਂ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਜੋ ਅਸੀਂ ਕਰਮ ਜ਼ਿੰਦਗੀ ਦੇ ਵਿੱਚ ਕਰ ਰਹੇ ਹਾਂ, ਉਹ ਅਸੀਂ ਧੁਰ ਤੋਂ ਲਿਖਾ ਕੇ ਆਏ ਹਾਂ, ਉਹ ਪਰਮਾਤਮਾ ਤੋਂ ਲਿਖਾ ਕੇ ਆਏ ਹਾਂ। ਤੇ ਜਦੋਂ ਅਸੀਂ ਉਹ ਕਰਮ ਜਿਹੜੇ ਲਿਖਾਏ ਆ ਅਸੀਂ ਕਰਦੇ ਹਾਂ ਨਾ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ, ਤੇ ਬਾਅਦ ਵਿੱਚ ਸਾਨੂੰ ਇਹ ਸੁਣਨ ਨੂੰ ਮਿਲਦਾ ਕਿ ਤੈਨੂੰ ਇਹ ਲੇਖਾ ਜੋਖਾ ਦੇਣਾ ਪੈਣਾ, ਇਹ ਧਰਮ ਰਾਏ ਨੇ ਤੇਰਾ ਲੇਖਾ ਜੋਖਾ ਮੰਗਣਾ ਆ। ਫਿਰ ਨਾਲੇ ਤਾਂ ਅਸੀਂ ਕਹਿੰਦੇ ਆ ਵੀ ਜਿਹੜੇ ਮੈਂ ਕੰਮ ਕਰਦਾ ਉਹ ਮੈਂ ਲਿਖਾ ਕੇ ਆਇਆ, ਦੂਸਰੇ ਪਾਸੇ ਕਹਿੰਦੇ ਆ ਵੀ ਮੈਨੂੰ ਲੇਖਾ ਦੇਣਾ ਪੈਣਾ। ਫਿਰ ਲੇਖਾ ਤਾਂ ਫਿਰ ਜੇ ਧਰਮ ਰਾਏ ਨੇ ਸਾਡੇ ਤੋਂ ਲੇਖਾ ਕਾਹਤੇ ਮੰਗਣਾ? ਧਰਮ ਰਾਏ ਫਿਰ ਰੱਬ ਤੋਂ ਲੇਖਾ ਮੰਗੇ ਨਾ, ਜਿਸ ਰੱਬ ਨੇ ਸਾਡੇ ਕਰਮ ਲਿਖੇ ਆ। ਇਹ ਸੋਚਣ ਵਾਲੀ ਗੱਲ ਆ, ਇਹਦੇ ਤੇ ਗੌਰ ਕਰਨ ਵਾਲੀ ਗੱਲ ਆ। ਅਸੀਂ ਕਈ ਦਫਾ ਆਪਣੇ ਆਪ ਨੂੰ ਉਲਝਣਾਂ ਦੇ ਵਿੱਚ ਪਾ ਲੈਂਦੇ ਹਾਂ। ਇਸ ਕਰਕੇ ਜ਼ਿੰਦਗੀ ਨੂੰ ਸਮਝਣਾ ਹੈ, ਜ਼ਿੰਦਗੀ ਬੜੀ ਸੌਖੀ ਹੈ। ਜ਼ਿੰਦਗੀ ਜੀਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਅਸੀਂ ਜ਼ਿੰਦਗੀ ਨੂੰ
ਪਰਖਣ ਦੇ ਲਈ, ਸਮਝਣ ਦੇ ਲਈ ਆਪਣਾ ਦਿਮਾਗ ਵਰਤਦੇ ਹਾਂ। ਇੱਕ ਪਾਸੇ ਅਸੀਂ ਦਾਅਵਾ ਕਰਦੇ ਹਾਂ ਜ਼ਿੰਦਗੀ ਦਾ ਕਿ ਅਸੀਂ ਜੋ ਲੇਖ ਲਿਖਾ ਕੇ ਆਏ ਹਾਂ, ਅਸੀਂ ਉਹੀ ਕਰਮ ਕਰ ਰਹੇ ਹਾਂ ਜੋ ਅਸੀਂ ਕਰਮ ਲਿਖਾ ਕੇ ਆਏ ਹਾਂ। ਦੂਜੇ ਪਾਸੇ ਅਸੀਂ ਇਹ ਕਹਿੰਦੇ ਹਾਂ ਕਿ ਧਰਮਰਾਜ ਨੇ ਸਾਡੇ ਤੋਂ ਲੇਖਾ ਮੰਗਣਾ। ਸੋ ਇਸ ਕਰਕੇ ਗੱਲ ਕੁਝ ਜੱਚਦੀ ਜਿਹੀ ਨਹੀਂ। ਆਓ ਕੁਝ ਵਿਚਾਰਾਂ ਸਾਂਝੀਆਂ ਕਰਦੇ ਹਾਂ। ਅੱਜ ਗੱਲ ਕਰਨ ਨੂੰ ਜੀ ਕਰਦਾ, ਇੱਕ ਛੋਟਾ ਜਿਹਾ ਟੌਪਿਕ ਧਿਆਨ ਵਿੱਚ ਆ ਰਿਹਾ। ਇੱਕ ਤਾਂ ਹੁੰਦੀ ਹੈ ਫਿਜ਼ੀਕਲ ਫਿਟਨੈਸ, ਇੱਕ ਹੁੰਦੀ ਹੈ ਮੈਂਟਲੀ ਫਿਟਨੈਸ। ਪੰਜਾਬੀ ਵਿੱਚ ਜੇ ਅਸੀਂ ਇਹਦਾ ਤਰਜਮਾ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਅਸੀਂ ਐਕਸਰਸਾਈਜ਼ ਕਰਦੇ ਹਾਂ। ਕੀ ਜ਼ਰੂਰੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸਰੀਰ ਨੂੰ ਜੋ ਵਧੀਆ ਤੰਦਰੁਸਤ ਕਿੱਦਾਂ ਅਸੀਂ ਰੱਖ ਸਕਦੇ ਹਾਂ। ਤੇ ਇੱਕ ਪਾਸੇ ਅਸੀਂ ਆਪਣੇ ਮਨ ਨੂੰ, ਆਪਣੀ ਸੋਚ ਨੂੰ ਤੰਦਰੁਸਤ ਕਿੱਦਾਂ ਰੱਖ ਸਕਦੇ ਹਾਂ। ਆਓ ਕੁਝ ਵਿਚਾਰਾਂ ਸਾਂਝੀਆਂ ਕਰੀਏ। ਟਾਈਮ ਦੇ ਅਕੋਰਡਿੰਗ ਆਪਾਂ ਚੱਲਣਾ। ਜੇ ਤਾਂ ਆਪਾਂ ਦੋਸਤੋ ਸਰੀਰ ਦੀ ਗੱਲ ਕਰੀਏ, ਤੁਹਾਡੇ ਮੇਰੇ ਵਿੱਚੋਂ ਕਿਹੜਾ ਇਹ ਨਹੀਂ ਜਾਣਦਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਾਨੂੰ ਕੀ ਕੀ ਖਾਣਾ ਚਾਹੀਦਾ ਤੇ ਕੀ ਸਾਨੂੰ ਕਰਨਾ ਚਾਹੀਦਾ, ਤੇ ਕਿਹੜੀ ਐਕਸਰਸਾਈਜ਼ ਜਾਂ ਕਸਰਤ ਸਾਡੇ ਸਰੀਰ ਨੂੰ ਤੰਦਰੁਸਤ ਕਰ ਸਕਦੀ ਹੈ। ਇਹ ਤਕਰੀਬਨ ਅੱਜ ਦੇ ਜ਼ਮਾਨੇ ਦੇ ਵਿੱਚ ਮੀਡੀਆ ਜਾਂ ਸੋਸ਼ਲ ਮੀਡੀਆ ਜਾਂ ਸਾਡੀਆਂ ਜੋ ਵੀ ਫੇਸਬੁੱਕਸ ਨੇ, ਵਟਸਐਪ ਨੇ, ਜਾਂ ਹੋਰ ਵੀ ਕੋਈ ਇੱਦਾਂ ਦੇ ਐਪਸ ਨੇ ਜਿਨ੍ਹਾਂ ਦਾ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਅਸੀਂ ਆਪਣੇ ਸਰੀਰ ਨੂੰ ਕਿੱਦਾਂ ਤੰਦਰੁਸਤ ਰੱਖ ਸਕਦੇ ਹਾਂ। ਜੇ ਕਈ ਦਫਾ ਸਾਨੂੰ ਅਸੀਂ ਕੋਈ ਘਰ 'ਚ ਕੋਈ ਸਬਜ਼ੀ ਵਗੈਰਾ ਬਣਾਉਣੀ ਹੋਵੇ, ਸਾਨੂੰ ਨਹੀਂ ਸਮਝ ਉਸ ਸਬਜ਼ੀ ਵਗੈਰਾ ਦੀ, ਜਾਂ ਕੋਈ ਵੀ ਡਿਸ਼ ਇੱਦਾਂ ਦੀ ਬਣਾਉਣੀ ਹੋਵੇ ਤਾਂ ਅਸੀਂ ਸਰਚ ਕਰਦੇ ਹਾਂ ਗੂਗਲ ਤੇ ਜਾਂ ਸਰਚ ਕਰਦੇ ਹਾਂ YouTube ਤੇ। ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਵੀ ਅਸੀਂ ਸਰਚ ਕਰਦੇ ਹਾਂ। ਜੇ ਕਿਸੇ ਨੇ ਨਹੀਂ ਕੀਤੀ ਤੇ ਉਹ ਹੋ ਸਕਦਾ ਫਿਊਚਰ ਵਿੱਚ ਵੀ ਕਰੇ, ਕਿਉਂਕਿ YouTube ਜਾਂ ਹੋਰ ਸਾਡੇ ਕੋਲ ਵੈਬਸਾਈਟਸ ਨੇ, ਉਹ ਸਾਡੀ ਬਹੁਤ ਸਾਡੀ ਹੈਲਪ ਕਰਦੇ ਨੇ। ਕਈ ਦਫਾ ਅਸੀਂ ਸਰਚ ਕਰਦੇ ਹਾਂ ਜੀ ਸਾਡਾ ਮੋਢਾ ਦੁਖਦਾ, ਅਸੀਂ YouTube ਤੇ ਜਾ ਕੇ ਸਰਚ ਕਰੀਏ ਵੀ ਇਹਦਾ ਕੀ ਇਲਾਜ ਹੋ ਸਕਦਾ। ਕਈ ਦਫਾ ਗੋਡਿਆਂ ਦਾ ਦਰਦ ਹੈ ਜਾਂ ਕੋਈ ਹੋਰ ਜੁਆਇੰਟ ਪੇਨ ਹੈ ਤਾਂ ਅਸੀਂ ਉਹ ਸਰਚ ਕਰਦੇ ਹਾਂ ਕਿੱਦਾਂ ਉਹਨੂੰ ਠੀਕ ਕੀਤਾ ਜਾਵੇ। ਤੇ ਫਿਰ ਕੀ ਕਰਦੇ ਹਾਂ, ਅਸੀਂ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਪਲਾਈ ਕਿਸ ਤਰ੍ਹਾਂ ਕਰਦੇ ਹਾਂ, ਅਸੀਂ ਆਪਣੇ ਸਰੀਰ ਨੂੰ ਇਨਵੋਲਵ ਕਰਦੇ ਹਾਂ ਉਹਨਾਂ ਐਕਸਰਸਾਈਜ਼ ਦੇ ਵਿੱਚ, ਜਿਹੜੀਆਂ ਐਕਸਰਸਾਈਜ਼ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ। ਇਸ ਤੰਦਰੁਸਤੀ ਦੇ ਵਿੱਚ ਸਾਡੇ ਹੱਥ ਵੀ ਆ ਜਾਂਦੇ ਨੇ, ਸਾਡੀਆਂ ਬਾਹਾਂ, ਸਾਡੇ ਜੁਆਇੰਟ, ਸਾਡੀ ਧੌਣ, ਸਾਡੀਆਂ ਅੱਖਾਂ, ਸਾਡੇ ਉਹ ਪ੍ਰੈਸ਼ਰ ਪੁਆਇੰਟਸ ਜਾਂ ਏਕੋ ਪ੍ਰੈਸ਼ਰ, ਜਾਂ ਜਿਹਨੂੰ ਵੀ ਜਿੱਦਾਂ ਵੀ ਅਸੀਂ ਗੱਲ ਕਰਦੇ ਹਾਂ, ਸਰੀਰ ਦੇ ਹਰ ਅੰਗ ਦੇ ਲਈ ਵੱਖਰੀ ਐਕਸਰਸਾਈਜ਼ ਜਿਹੜੀ ਆ ਉਹ ਨਿਯੁਕਤ ਕੀਤੀ ਗਈ ਆ ਪ੍ਰੋਫੈਸ਼ਨਲਾਂ ਦੇ ਵੱਲੋਂ। ਜੇ ਅਸੀਂ ਸਰੀਰਕ ਤੌਰ ਤੇ ਤੰਦਰੁਸਤ ਨਹੀਂ ਹਾਂ ਤਾਂ ਅਸੀਂ ਮੰਜੇ ਤੇ ਜਾਂ ਬੈੱਡ ਤੇ ਪੈ ਜਾਵਾਂਗੇ, ਅਸੀਂ ਤੁਰ ਫਿਰ ਨਹੀਂ ਸਕਾਂਗੇ। ਸਾਨੂੰ ਇਹ ਭਲੀ ਭਾਂਤੀ ਪਤਾ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਤੰਦਰੁਸਤ ਭੋਜਨ, ਪੌਸ਼ਟਿਕ ਭੋਜਨ, ਹੈਲਥੀ ਭੋਜਨ ਸਾਨੂੰ ਖਾਣਾ ਪੈਣਾ ਜੇ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ। ਤੇ ਸਾਨੂੰ ਨਾਲ ਐਕਸਰਸਾਈਜ਼ ਵੀ ਕਰਨੀ ਬੜੀ ਜ਼ਰੂਰੀ ਹੈ। ਬੇਸ਼ੱਕ ਥੋੜੀ ਕਰੀਏ, ਬਹੁਤੀ ਕਰੀਏ, ਜਿੱਦਾਂ ਵੀ ਤੁਹਾਡਾ ਸਰੀਰ ਇਜਾਜ਼ਤ ਦਿੰਦਾ ਉੱਦਾਂ ਤੁਸੀਂ ਐਕਸਰਸਾਈਜ਼ ਕਰੋ। ਪਰ ਇੱਥੇ ਇੱਕ ਕੁਐਸਚਨ ਮਾਰਕ ਆ ਜਾਂਦਾ ਕਿ ਜੇ ਸਾਡਾ, ਜਿੱਦਾਂ ਹੁਣ ਅਸੀਂ ਬਿਸਤਰੇ ਵਿੱਚ ਪਏ ਹਾਂ, ਅਸੀਂ ਬੈੱਡ 'ਚ ਪਏ ਹਾਂ, ਰਜਾਈ ਲਈ ਹੈ, ਬਾਹਰ ਥੋੜੀ ਠੰਡ ਆ, ਤਾਂ ਅਸੀਂ ਆਪਣੇ ਆਪ ਨੂੰ ਤਿਆਰ ਕਰਦੇ ਹਾਂ ਗੁਰਦੁਆਰਾ ਸਾਹਿਬ ਜਾਣ ਦੇ ਲਈ, ਜਾਂ ਕਿਸੇ ਵੀ ਧਰਮ ਸਥਾਨ ਤੇ ਜਾਣ ਦੇ ਲਈ, ਜਾਂ ਕਿਤੇ ਮੰਦਿਰ ਜਾਣ ਦੇ ਲਈ, ਜਾਂ ਗੁਰੂ ਘਰ ਜਾਣ ਦੇ ਲਈ, ਜਾਂ ਸਤਸੰਗ ਘਰ ਦੇ ਲਈ। ਅਸੀਂ ਤਿਆਰ ਕਰਦੇ ਹਾਂ ਆਪਣੇ ਆਪ ਨੂੰ। ਕਿਹਨੂੰ ਤਿਆਰ ਕਰਦੇ ਹਾਂ, ਇਹ ਸੋਚਣਾ। ਅਸੀਂ ਕਿਹਨੂੰ ਤਿਆਰ ਕਰਦੇ ਹਾਂ? ਅਸੀਂ ਸਰੀਰ ਨੂੰ ਤਿਆਰ ਨਹੀਂ ਕਰਦੇ ਉਸ ਵੇਲੇ। ਅਸੀਂ ਆਪਣੇ ਮਨ ਦੇ ਨਾਲ ਗੱਲਾਂ ਕਰਦੇ ਹਾਂ ਵੀ ਮਨਾ ਚੱਲੀਏ, ਨਾ ਚੱਲੀਏ, ਪੈ ਰਹੀਏ ਜਾਂ ਉੱਠੀਏ, ਜਾਂ ਕੀ ਕਰਨਾ ਚਾਹੀਦਾ, ਕਿੱਦਾਂ ਕਰੀਏ।
ਬਈ ਹੁਣ ਤਾਂ ਕਈ ਹਫ਼ਤੇ ਹੀ ਹੋ ਗਏ ਗੁਰੂ ਘਰ ਜਾਂਦੇ ਨੂੰ, ਚੱਲ ਅੱਜ ਜੇ ਨਾ ਵੀ ਗਏ ਤਾਂ ਵੀ ਕੋਈ ਗੱਲ ਨਹੀਂ, ਇਦਾਂ ਮਨ ਦੇ ਨਾਲ ਆਪਾਂ ਗੱਲਾਂ ਕਰਦੇ ਹਾਂ। ਤੇ ਕਈ ਦਫਾ ਅਸੀਂ ਮਨ ਨੂੰ ਕੰਟਰੋਲ 'ਚ ਕਰ ਲੈਂਦੇ ਵੀ ਨਹੀਂ ਮਨਾ, ਹਫ਼ਤੇ ਬਾਅਦ ਤਾਂ ਅਸੀਂ ਕਿਤੇ ਗੁਰੂ ਘਰ ਦੇ ਵਿੱਚ ਜਾਂਦੇ ਹਾਂ, ਉੱਠ ਚੱਲ। ਆਪਾਂ ਪਹਿਲਾਂ ਮਨ ਨੂੰ ਤਕੜਾ ਕਰਦੇ ਹਾਂ। ਜਦੋਂ ਮਨ ਤਕੜਾ ਹੁੰਦਾ ਫਿਰ ਆਪਾਂ ਸਰੀਰ ਨੂੰ ਠਾਲਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਦੇਖੋ ਸਰੀਰ ਨੂੰ ਠਾਲਣਾ ਵੀ ਨਹੀਂ ਪੈਂਦਾ, ਜਦ ਮਨ ਤਕੜਾ ਹੋ ਗਿਆ ਤੇ ਸਰੀਰ ਇੱਕਦਮ ਚੁਸਤੀ ਦੇ ਨਾਲ ਉੱਠਦਾ। ਇਹ ਤੁਸੀਂ ਬੇਸ਼ੱਕ ਇਸ ਗੱਲ ਨੂੰ ਮੰਨੋ ਬੇਸ਼ੱਕ ਨਾ ਮੰਨੋ, ਜਦੋਂ ਮਨ ਨੇ ਸਰੀਰ ਨੂੰ ਕਹਿਣਾ ਉੱਠ ਤਾਂ ਇਹਨੇ ਉੱਠਣਾ ਹੀ ਉੱਠਣਾ ਹੈ, ਜੋ ਮਰਜ਼ੀ ਹੋ ਜਾਏ। ਮਨ ਸਾਡਾ ਤਕੜਾ ਵਾ। ਹੁਣ ਐਕਸਰਸਾਈਜ਼ ਜਿਹੜੀ ਸਰੀਰ ਦੀ ਆ, ਇਹ ਤਾਂ ਹੁਣ ਜੇ ਆਪਾਂ ਇੱਥੇ ਗੱਲਾਂ ਕਰਨ ਲੱਗ ਪਈਏ ਸਰੀਰ ਦੀ ਐਕਸਰਸਾਈਜ਼ ਦੀਆਂ, ਉਹ ਤਾਂ ਤਕਰੀਬਨ ਅੱਜ ਕੱਲ੍ਹ ਬੱਚੇ ਨੂੰ ਪਤਾ ਵੀ ਐਕਸਰਸਾਈਜ਼ ਜਿਹੜੀ ਆ ਉਹ ਬੜੀ ਜ਼ਰੂਰੀ ਹੈ। ਕਿਹੜੀ ਖੇਡ ਕਿੱਦਾਂ ਅਸੀਂ ਖੇਡਣੀ ਹੈ, ਕਿੱਦਾਂ ਨਹੀਂ ਖੇਡਣੀ, ਇਸ ਖੇਡਣ ਦੇ ਨਾਲ ਮੇਰਾ ਸਰੀਰ ਕਿਹੜਾ ਮਸਲ ਮੇਰਾ ਥੱਕਦਾ, ਕਿਹੜਾ ਮਸਲ ਮੇਰਾ ਨਹੀਂ ਥੱਕਦਾ। ਜਾਂ ਅਸੀਂ ਕੋਈ ਜਿਮ ਦੇ ਵਿੱਚ ਐਕਸਰਸਾਈਜ਼ ਕਰਦੇ ਹਾਂ, ਜਦੋਂ ਅਸੀਂ ਕੋਈ ਬੈਂਚ ਪ੍ਰੈਸ ਲਾਉਂਦੇ ਹਾਂ ਜਾਂ ਕੋਈ ਸਕੁਆਟਸ ਲਾਉਂਦੇ ਹਾਂ ਜਾਂ ਕੋਈ ਹੋਰ ਵੀ ਡੈੱਡ ਲਿਫਟ ਲਾਉਂਦੇ ਹਾਂ ਜਾਂ ਸਕੁਆਟਸ ਕਰਦੇ ਹਾਂ, ਕੋਈ ਵੀ ਇੱਦਾਂ ਦੀ ਐਕਸਰਸਾਈਜ਼ ਕਰਦੇ ਹਾਂ ਜਿਹਦੇ ਨਾਲ ਸਾਡਾ ਮਸਲ ਜਿਹੜਾ ਹੈ ਉਹ ਪੇਨ ਹੋਣਾ ਸ਼ੁਰੂ ਹੋ ਜਾਂਦਾ। ਇਹਦਾ ਮਤਲਬ ਹੈ ਉਹ ਮਸਲ ਹੀ ਸਾਡਾ ਬਣਨਾ ਹੁੰਦਾ। ਉਹੀ ਮਸਲ ਸਾਡੇ, ਜਿੱਦਾਂ ਮੈਂ ਆਪਣੀ ਗੱਲ ਕਰਾਂ, ਮੈਂ ਪ੍ਰੋਫੈਸ਼ਨਲ ਪੱਧਰ ਤੇ ਵੇਟ ਲਿਫਟਿੰਗ ਦੇ ਵਿੱਚ ਰਿਹਾ। ਹੁਣ ਜਦੋਂ ਵੀ ਕੋਈ ਨਵੀਂ ਐਕਸਰਸਾਈਜ਼ ਬੰਦਾ ਕਈ ਚਿਰਾਂ ਤੋਂ ਬਾਅਦ ਕਰਦਾ, ਮਹੀਨਿਆਂ ਬਾਅਦ ਬੱਧੀ ਕਰਦਾ, ਜਿੱਦਾਂ ਹੁਣ ਲੋਕਡਾਊਨ ਚੱਲਦਾ ਇਸ ਵੇਲੇ ਤੇ 2-3 ਮਹੀਨੇ ਹੋ ਗਏ ਮੈਨੂੰ ਵੀ ਜਿਮ ਦੇ ਵਿੱਚ ਨਹੀਂ ਗਿਆ। ਘਰ ਵੀ ਇੱਦਾਂ ਦੀ ਸਾਡੇ ਕੋਈ ਇਕਵਿਪਮੈਂਟਸ ਹੈ ਨਹੀਂ ਗੀਆਂ ਜਿਹਦੇ ਕਰਕੇ ਮੈਂ ਘਰ ਵੀ ਕਰ ਸਕਾਂ, ਕੁਛ ਹੈ ਨਹੀਂਗਾ, ਫ੍ਰੀ ਹੈਂਡ ਮਾੜੀ ਮੋਟੀ ਕਰ ਲਈਦੀ ਆ। ਪਰ ਜਦੋਂ ਵਾਪਸ ਜਿਮ ਦੇ ਵਿੱਚ ਜਾਣਾ ਆ ਤਾਂ ਸਾਡੇ ਮਸਲ ਦੁਬਾਰਾ ਫੇਰ ਪੇਨ ਹੋਣੇ ਸ਼ੁਰੂ ਹੋਣੇ ਆ। ਜਿਹੜਾ ਮਸਲ ਪੇਨ ਹੁੰਦਾ ਆ ਦੋਸਤੋ, ਉਹ ਨਹੀਂ ਇੰਪਰੂਵ ਹੋਣਾ ਹੁੰਦਾ। ਬਸ ਨੋ ਪੇਨ ਨੋ ਗੇਨ। ਇਹ ਗੋਰਿਆਂ ਦੀ ਕਹਾਵਤ ਵੀ ਹੈ ਵੀ ਜੇ ਦਰਦ ਨਹੀਂ ਸਹਾ ਸਕਦੇ ਤੁਸੀਂ ਸਕਸੈਸ ਨਹੀਂ ਹੋ ਸਕਦੇ। ਇਸੇ ਤਰ੍ਹਾਂ ਮਨ ਜਿਹੜਾ ਆ ਇਹਨੂੰ ਪੇਨ ਦੇਣੀ ਪੈਣੀ ਆ। ਇਹਨੂੰ ਤੁਸੀਂ ਇਹ ਪੇਨ ਦੇਣੀ ਕਿਹਨੇ ਆ? ਸਾਡੀ ਅਕਲ ਨੇ। ਜਿਸ ਤਰ੍ਹਾਂ ਇੱਕ ਐਗਜ਼ਾਮਪਲ ਆਪ ਜੀ ਦੇ ਨਾਲ ਸ਼ੇਅਰ ਕਰਾਂ, ਕਈ ਦਫਾ ਮਨ ਕਹਿੰਦਾ ਸਰੀਰ ਦੇ ਵਿੱਚ, ਆਪਣੀ ਬਾਡੀ ਦੇ ਵਿੱਚ ਨਾ 2 ਤਰ੍ਹਾਂ ਦੀ ਸੋਚ ਆ, ਇੱਕ ਗਲਤ ਆ ਇੱਕ ਸਹੀ ਆ। ਗਲਤ ਤਕਰੀਬਨ ਜ਼ਿਆਦਾ ਮਨ ਦੀ ਸੋਚ ਹੁੰਦੀ ਹੈ। ਗੁਰਬਾਣੀ ਵਿੱਚ ਵੀ ਲਿਖਿਆ ਕਿ ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਇਹ ਮਨ ਨੇ ਹਮੇਸ਼ਾ ਹੀ ਬੁਰਾਈ, ਚਤੁਰਾਈ, ਗਲਤ ਕੰਮ ਵੱਲ ਨੂੰ ਛੇਤੀ ਜਾਣਾ। ਠੀਕ। ਤੇ ਜਿਹੜੀ ਅਕਲ ਆ, ਅਕਲ ਹੁੰਦੀ ਸਮਝਦਾ। ਪਹਿਲਾਂ ਮਨ ਨੇ ਕਹਿਣਾ ਵੀ ਆਹ ਕੰਮ ਕਰ ਲਾ। ਮੰਨ ਲਓ ਵੀ ਤੂੰ ਸ਼ਰਾਬ ਨਹੀਂ ਕਦੀ ਪੀਤੀ, ਤੂੰ ਸ਼ਰਾਬ ਪੀ ਲਾ। ਤੂੰ ਸਿਗਰਟ ਨਹੀਂ ਕਦੀ ਪੀਤੀ, ਤੂੰ ਸਿਗਰਟ ਪੀ ਕੇ ਦੇਖ। ਜਾਂ ਤੂੰ ਕਦੀ ਭੰਗ ਦਾ ਨਸ਼ਾ ਨਹੀਂ ਕੀਤਾ, ਤੂੰ ਭੰਗ ਪੀ ਕੇ ਦੇਖ। ਕੋਈ ਹੋਰ ਕੋਕੀਨ ਦਾ ਹੋ ਗਿਆ, ਜਾਂ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਚਿੱਟਾ ਪੀਂਦੇ ਲੋਕ, ਉਹ ਚਿੱਟਾ ਪੀ ਕੇ ਦੇਖ। ਮਨ ਨੇ ਉਹ ਚਿੱਟਾ ਪੀਣਾ। ਠੀਕ। ਜਦੋਂ ਮਨ ਜਿਹੜਾ ਆ ਉਹ ਇਸ ਪਾਸੇ ਲੱਗ ਗਿਆ, ਇਹਨੇ ਗਲਤ ਕੰਮ ਕਰ ਲਿਆ, ਫਿਰ ਇਹਨੇ ਪਛਤਾਉਣਾ ਮਨ ਨੇ। ਜਾਂ ਅਸੀਂ ਕਹੀਏ ਜੀ ਮੈਂ ਕਿਸੇ ਦੇ ਨਾਈਫ ਮਾਰ ਦੇਵਾਂ, ਚਾਕੂ ਮਾਰਦੇ ਆ ਕਿਸੇ ਦੇ, ਜਾਂ ਕਿਸੇ ਦੇ ਗੋਲੀ ਮਾਰਦੇ ਆ, ਜਾਂ ਕਿਸੇ ਨਾਲ ਝਗੜਾ ਕਰਦੇ ਆ, ਜਾਂ ਮੈਂ ਗੱਡੀ ਇਸ ਤਰੀਕੇ ਨਾਲ ਚਲਾਵਾਂ ਮੈਨੂੰ ਪੁਲਿਸ ਫੜ ਨਹੀਂ ਸਕਦੀ, ਮੈਂ ਲੰਘ ਜਾਣਾ ਤੇਜ਼ ਗੱਡੀ ਕਰਕੇ, ਉਹਦੀ ਸਪੀਡ ਲਿਮਿਟ ਤੋਂ ਵੱਧ ਮੈਂ ਚਲਾਵਾਂ, ਜਾਂ ਕਿਸੇ ਤਰ੍ਹਾਂ ਮੇਰੀ ਕੋਈ ਸਪੀਡ ਕੈਮਰਾ ਮੇਰੀ ਫੋਟੋ ਖਿੱਚ ਲਏ, ਜਾਂ ਕੁਛ ਵੀ ਹੋ ਜਾਏ, ਘਰ ਫਾਈਨ ਆ ਜਾਏ, ਲਾਇਸੈਂਸ ਤੇ ਪੁਆਇੰਟ ਲੱਗਣ ਦਾ ਖਤਰਾ। ਜਦੋਂ ਮਨ ਨੇ ਇਹ ਸਮਝ ਲਿਆ ਕਿ ਮੈਂ ਗਲਤੀ ਕਰ ਲਈ ਆ, ਉਦੋਂ ਮਨ ਕੀ ਕਰਦਾ? ਅਕਲ ਦੇ ਪਿੱਛੇ ਲੁਕ ਜਾਂਦਾ, ਅਕਲ ਨੂੰ ਮੋਹਰੇ ਕਰਦਾ ਵੀ ਹੁਣ ਤੂੰ ਮੋਹਰੇ ਹੋ ਕੇ ਇਹਨਾਂ ਬੰਦਿਆਂ ਤੋਂ ਗਲਤੀ ਮੰਗ, ਜਾਂ ਪੰਚਾਇਤ ਵਿੱਚ ਜਾ ਕੇ ਗਲਤੀ ਮੰਗ ਵੀ ਮੇਰੇ ਤੋਂ ਇਹ ਗਲਤੀ ਹੋ ਗਈ, ਗਾਂ ਮੈਂ ਨਹੀਂ ਕਰਦਾ। ਇਹ ਮਨ ਦੀ ਇੱਕ ਫਿਤਰਤ ਆ। ਮਨ ਗਲਤੀ ਪਹਿਲਾਂ ਕਰਦਾ, ਫਿਰ ਅਕਲ ਦੇ ਪਿੱਛੇ ਆ ਕੇ ਲੁਕ ਜਾਂਦਾ, ਅਕਲ ਨੂੰ ਮੋਹਰੇ ਕਰਦਾ ਵੀ ਹੁਣ ਤੂੰ ਗਲਤੀ ਮੰਨ। ਫਿਰ ਅਕਲ ਜਿਹੜੀ ਆ ਉਹ ਗਲਤੀ ਮੰਗਦੀ ਆ। ਅਕਲ ਜਿਹੜੀ ਆ ਆਪਣੇ ਆਪ ਨੂੰ ਪੈਰਾਂ ਦੇ ਵਿੱਚ ਸਿੱਟਦੀ ਆ ਅਗਲੇ ਦੇ ਵੀ ਪਲੀਜ਼ ਮੈਨੂੰ ਮਾਫ ਕਰ ਦਿਓ, ਮੈਂ ਇਹ ਗਾਂ ਤੋਂ ਇਹ ਕੰਮ ਨਹੀਂ ਕਰਦੀ, ਤੇ ਇਸ ਕਰਕੇ ਮੇਰੇ ਮਨ ਨੂੰ ਮਾਫ ਕਰਤਾ ਜਾਵੇ। ਸੋ ਇਸ ਕਰਕੇ ਮਨ ਜਿਹੜਾ ਆ ਇਹਨੂੰ ਕੰਟਰੋਲ 'ਚ ਕਰਨਾ ਹੀ ਗੁਰਸਿੱਖੀ ਹੈ। ਜਿਸ ਤਰ੍ਹਾਂ ਬਾਣੀ ਵਿੱਚ ਲਿਖਿਆ ਕਿ ਕੁੰਭੇ ਬੱਧਾ ਜਲ ਰਹੇ। ਬਹੁਤ ਵਾਰ ਸੁਣਿਆ, ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਪਰ ਮੈਨੂੰ ਉਦੋਂ ਸਮਝ ਲੱਗੀ ਜਦੋਂ ਮੈਨੂੰ ਕਿਸੇ ਨੇ ਇਸ ਸ਼ਲੋਕ ਨੂੰ ਸਮਝਾਇਆ। ਕਹਿੰਦੇ ਕੁੰਭੇ ਬੱਧਾ ਜਲ ਰਹੇ। ਕੁੰਭ ਕਹਿੰਦੇ ਘੜੇ ਨੂੰ, ਕਹਿੰਦੇ ਘੜੇ ਦੇ ਵਿੱਚ ਪਾਣੀ ਰਹਿੰਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਕਹਿੰਦੇ ਜਲ ਜਿਹੜਾ ਆ ਉਹ ਘੜੇ ਦੇ ਵਿੱਚ ਰਹਿੰਦਾ ਆ, ਪਰ ਜਿਹੜਾ ਘੜਾ ਆ ਉਹ ਬਣਿਆ ਪਾਣੀ ਨਾਲ ਹੀ ਆ।
ਪਾਣੀ ਦੇਖੋ ਉਹਦੇ ਵਿੱਚ ਰਹਿੰਦਾ, ਘੜੇ ਦੇ ਵਿੱਚ, ਘੜੇ ਦੇ ਵਿੱਚ ਪਾਣੀ ਹੈ, ਪਰ ਘੜਾ ਵੀ ਪਾਣੀ ਤੋਂ ਬਣਿਆ। ਕਹਿੰਦੇ ਕੁੰਭੇ ਬੱਧਾ ਜਲ ਰਹੇ, ਬੱਧਾ ਦਾ ਮਤਲਬ ਜਲ ਉਹਦੇ ਵਿੱਚ ਵੱਜਿਆ ਆ, ਉਹਦੇ ਵਿੱਚ ਹੈ, ਉਹਦੇ ਘੜੇ ਦੇ ਵਿੱਚ। ਜਲ ਬਿਨ ਕੁੰਭ ਨਾ ਹੋਏ, ਜਲ ਦੇ ਬਗੈਰ, ਪਾਣੀ ਦੇ ਬਗੈਰ ਕੁੰਭ ਘੜਾ ਨਹੀਂ ਬਣ ਸਕਦਾ। ਨੈਕਸਟ ਲਾਈਨ ਦੇ ਵਿੱਚ ਉਹ ਕਹਿੰਦੇ ਨੇ ਕਿ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਬਿਨ ਗਿਆਨ ਕਾ ਬੱਧਾ ਮਨ ਰਹੇ, ਗਿਆਨ ਕਹਿੰਦੇ ਸਮਝ ਨੂੰ, ਸਮਝ, ਇਹ ਗਿਆਨ ਕਿਸੇ ਵੀ ਤਰੀਕੇ ਦਾ ਹੋ ਸਕਦਾ। ਗਿਆਨ ਗੱਡੀ ਚਲਾਉਣ ਦਾ ਵੀ ਹੋ ਸਕਦਾ, ਗਿਆਨ ਕਿਸੇ ਕੰਮਕਾਰ ਦਾ ਵੀ ਹੋ ਸਕਦਾ, ਗਿਆਨ ਕਿਤੇ ਸਪੇਸ ਦੇ ਵਿੱਚ ਜਾਣ ਦਾ ਵੀ ਹੋ ਸਕਦਾ, ਰਾਕਟ ਵਗੈਰਾ ਚਲਾਉਂਦੇ ਜਿਹੜੇ, ਜਾਂ ਗਿਆਨ ਇੰਜੀਨੀਅਰਿੰਗ ਦਾ ਹੋ ਸਕਦਾ, ਗਿਆਨ ਸਾਇੰਟਿਸਟ ਦਾ ਹੋ ਸਕਦਾ, ਗਿਆਨ ਅੱਜ ਕੱਲ੍ਹ ਕਰੋਨਾ ਵਾਇਰਸ ਨੂੰ ਲੱਭਣ ਦਾ ਵੀ ਚੱਲ ਰਿਹਾ, ਵੀ ਜਿਹਨੂੰ ਸਮਝ ਲੱਗ ਗਈ ਉਹਨੇ ਗਿਆਨ ਨੂੰ ਪਕੜ ਲਿਆ। ਕਹਿੰਦੇ ਗਿਆਨ ਕਾ ਬੱਧਾ ਮਨ ਰਹੇ, ਜਦੋਂ ਇਹ ਮਨ ਨੂੰ ਸਮਝ ਲੱਗ ਜਾਣੀ ਆ ਕਿ ਵੀ ਤੂੰ ਚਤੁਰਾਈਆਂ ਨਾ ਕਰ, ਤੂੰ ਬੰਦਿਆਂ ਨੂੰ ਬਹਿ ਜਾ, ਪੁੱਠੇ ਕੰਮ ਨਾ ਕਰਿਆ ਕਰ, ਇਹਨੇ ਉਹਨਾਂ ਚਿਰ ਬਹਿਣਾ ਨਹੀਂ ਜਿੰਨਾ ਚਿਰ ਗਾਂ ਦੀ ਜਿਹੜੀ ਅੱਧੀ ਲਾਈਨ ਸਾਨੂੰ ਸਮਝ ਨਹੀਂ ਲੱਗਣੀ। ਕਹਿੰਦੇ ਗੁਰ ਬਿਨ ਗਿਆਨ ਨਾ ਹੋਏ। ਇਹ ਗੁਰ ਕਿਹੜਾ ਆ? ਜਦੋਂ ਸਾਨੂੰ ਕੋਈ ਗੁਰੂ ਮਿਲਦਾ ਸਰੀਰਕ ਤੌਰ ਦੇ ਵਿੱਚ, ਗੁਰ ਜੀ ਜੂ ਆਰ ਜਾਂ ਗੱਗੇ ਨੂੰ ਔਂਕੜ ਰਾਰਾ ਗੁਰ, ਇੱਥੇ ਗੁਰੂ ਨੂੰ ਕਿਹਾ, ਗੁਰ ਕਿਹਾ। ਜਦੋਂ ਗੁਰ ਸ਼ਬਦ ਆਉਂਦਾ ਆ ਉਦੋਂ ਸਰੀਰਕ ਤੌਰ ਤੇ ਜਿਹੜਾ ਸਤਿਗੁਰ ਦੁਨੀਆ ਤੇ ਹੈ, ਜਿਹੜਾ ਕੋਈ ਵੀ ਬੰਦਾ ਜਿਹਦੇ ਕੋਲ ਗਿਆਨ ਹੈ ਕਿਸੇ ਵੀ ਚੀਜ਼ ਦਾ, ਉਹ ਸਰੀਰਕ ਰੂਪ ਦੇ ਫਿਜ਼ੀਕਲੀ ਫਾਰਮ ਦੇ ਵਿੱਚ ਹੋਵੇ, ਫਿਰ ਇਹ ਗਿਆਨ ਸਾਨੂੰ ਸਮਝ ਲੱਗਦਾ, ਫਿਰ ਇਹ ਮਨ ਉਸ ਗਿਆਨ ਨੂੰ ਪਕੜਦਾ। ਕਿਉਂਕਿ ਜਿਹੜਾ ਗਿਆਨ, ਕੋਈ ਵੀ ਗਿਆਨ ਲੈਣਾ ਹੁੰਦਾ ਉਹ ਮਨ ਨੇ ਲੈਣਾ ਹੁੰਦਾ, ਮਨ ਨੇ ਬਦਲਣਾ ਹੁੰਦਾ। ਜਦੋਂ ਮਨ ਇਹ ਗਿਆਨ ਲੈ ਲੈਂਦਾ ਆ, ਸੋਚ ਇਹ ਗਿਆਨ ਲੈ ਲੈਂਦੀ ਆ, ਤਾਂ ਇਹ ਸਮਝ, ਜਦੋਂ ਸਮਝ ਪੈ ਜਾਂਦੀ ਆ ਤੇ ਸਮਝਦਾਰ ਬਣ ਜਾਂਦਾ। ਮਨ ਦੀ ਐਕਸਰਸਾਈਜ਼ ਕੀ ਆ? ਮਨ ਦੀ ਆਪਾਂ ਸਰੀਰ ਦੀਆਂ ਐਕਸਰਸਾਈਜ਼ਾਂ ਜਿਹੜੀਆਂ ਆ ਬਹੁਤ ਕਰ ਸਕਦੇ ਆ। ਧੌਣ ਤੋਂ ਲੈ ਕੇ, ਸਿਰ ਤੋਂ ਲੈ ਕੇ, ਮੋਢਿਆਂ ਦੀ, ਲੱਤਾਂ ਦੀ, ਬਾਹਾਂ ਦੀ, ਢਿੱਡ ਦੀ। ਤੁਸੀਂ ਬਾਬਾ ਰਾਮਦੇਵ ਨੂੰ ਦੇਖੋ ਕਿੱਦਾਂ ਉਹ ਢਿੱਡ ਨੂੰ ਘੁਮਾਉਂਦਾ, ਕਿੰਨੀਆਂ ਐਕਸਰਸਾਈਜ਼ ਦੱਸਦਾ ਸਾਨੂੰ। ਪਤਾ ਨਹੀਂ ਕਿੰਨੀਆਂ ਐਕਸਰਸਾਈਜ਼ ਦੁਨੀਆ ਦੇ ਵਿੱਚ ਹੈਗੀਆਂ, ਜਾਂ ਯੋਗਾ ਹੈਗਾ ਆ ਜਿਹੜਾ ਅਸੀਂ ਕਰ ਸਕਦੇ ਆ। ਜਿਨ੍ਹਾਂ ਚੀਜ਼ਾਂ ਦੇ ਬਾਰੇ ਮੈਨੂੰ ਵੀ ਬਹੁਤਾ ਗਿਆਨ ਨਹੀਂ, ਐਕਸਰਸਾਈਜ਼ ਮੈਨੂੰ ਬੇਸਿਕ ਜਿਹੜੀ ਟ੍ਰੇਨਿੰਗ ਮਿਲੀ ਆ ਲਾਈਫ ਦੇ ਵਿੱਚ, ਮੈਂ ਉਹਦੇ ਬਾਰੇ ਆਪ ਜੀ ਦੇ ਨਾਲ ਸਾਂਝ ਪਾ ਸਕਦਾ ਜਾਂ ਦੱਸ ਸਕਦਾ ਜੇ ਆਪਾਂ ਕਿਤੇ ਇਕੱਠੇ ਬੈਠੀਏ ਤਾਂ। ਪਰ ਇੱਥੇ ਆਪਾਂ ਜਿਹੜਾ ਮੁੱਦਾ ਚੱਕਿਆ ਆ ਉਹ ਇਹ ਚੱਕਿਆ ਵੀ ਆਪਾਂ ਮਨ ਨੂੰ ਕੰਟਰੋਲ ਕਿੱਦਾਂ ਕਰਨਾ ਆ। ਮਨ ਦੀ ਐਕਸਰਸਾਈਜ਼ ਕੀ ਆ? ਸਰੀਰ ਦੀ ਐਕਸਰਸਾਈਜ਼ ਤਾਂ ਹੋ ਗਈ, ਅਸੀਂ ਜੀ ਗੁੱਟ ਘੁਮਾਵਾਂਗੇ ਜਾਂ ਕੋਈ ਲਿਫਟਿੰਗ ਕਰਨ ਤੋਂ ਪਹਿਲਾਂ, ਜਾਂ ਅਸੀਂ ਮੋਢੇ ਥੋੜੇ ਹਿਲਾ ਲਾਂਗੇ, ਧੌਣ ਨੂੰ ਥੋੜਾ ਮਤਲਬ ਕਰ ਲਵਾਂਗੇ, ਐਕਸਰਸਾਈਜ਼ ਕਰ ਲੈਂਦੇ ਆ। ਪਰ ਉਹ ਅਸੀਂ ਪ੍ਰਪੇਅਰ ਕਰ ਰਹੇ ਹਾਂ ਸਰੀਰ ਨੂੰ ਕਿ ਇਹਦੇ ਵਿੱਚ ਕੋਈ ਇੰਜਰੀ ਨਾ ਆ ਜਾਏ। ਕੋਈ ਇਹ ਕੰਮ ਕਰਨ ਤੋਂ ਪਹਿਲਾਂ ਅਸੀਂ ਸਰੀਰ ਨੂੰ ਵਾਰਮ ਅਪ ਕਰਦੇ ਹਾਂ, ਇਹਦੇ ਵਿੱਚ ਕੋਈ ਇੰਜਰੀ ਨਾ ਆ ਜਾਏ, ਇਹ ਸਾਡਾ ਸਰੀਰ ਜਿਹੜਾ ਆ ਇਹ ਬਦਸੂਰਤ ਨਾ ਹੋ ਜਾਏ। ਬਦਸੂਰਤ ਦਾ ਮਤਲਬ ਕੋਈ ਇੱਦਾਂ ਦਾ ਇਹਦੇ ਨਾਲ ਕੋਈ ਘਾਣ ਨਾ ਹੋ ਜਾਏ, ਕੋਈ ਧੱਕਾ ਨਾ ਹੋ ਜਾਏ, ਇਹ ਮੰਜੇ ਤੇ ਬਹਿ ਜਾਏ, ਕੋਈ ਫੌੜੀਆਂ ਦੇ ਨਾਲ ਤੁਰਨਾ ਪਵੇ, ਸਟਿਕਸ ਦੇ ਨਾਲ ਸਾਨੂੰ ਤੁਰਨਾ ਪਵੇ। ਇੱਦਾਂ ਦੇ ਪੰਗਿਆਂ ਤੋਂ ਬਚਣ ਦੇ ਲਈ ਆਪਾਂ ਸਰੀਰ ਦੀ ਵਾਰਮ ਅਪ ਕਰਦੇ ਹਾਂ, ਐਕਸਰਸਾਈਜ਼ ਕਰਦੇ ਹਾਂ। ਜਿੱਦਾਂ ਹੁਣ ਹੈਵੀ ਲਿਫਟਿੰਗ ਕਰਨ ਤੋਂ ਪਹਿਲਾਂ, ਜ਼ਿਆਦਾ ਭਾਰ ਚੱਕਣ ਤੋਂ ਪਹਿਲਾਂ ਸਾਡੇ ਸਰੀਰ ਨੂੰ ਕਾਫੀ ਪਹਿਲਾਂ ਵਾਰਮ ਅਪ ਕਰਨਾ ਪੈਂਦਾ। ਜਦੋਂ ਵਾਰਮ ਅਪ ਹੋ ਗਿਆ ਸਰੀਰ, ਫਿਰ ਅਸੀਂ ਉਸ ਭਾਰ ਨੂੰ ਹੱਥ ਪਾਉਂਦੇ ਹਾਂ। ਉਹ ਵੀ ਇੱਕਦਮ ਹੈਵੀ ਵੇਟ ਨੂੰ ਹੱਥ ਨਹੀਂ ਪਾਉਂਦੇ, ਪਹਿਲਾਂ ਹੌਲਾ ਫਿਰ ਭਾਰਾ ਚੱਕਦੇ ਅਸੀਂ ਉਸ ਪੋਜੀਸ਼ਨ ਤੱਕ ਜਾਂਦੇ ਜਿੱਥੇ ਅਸੀਂ ਸਾਡਾ ਐਂਡ ਹੁੰਦਾ ਹੈ। ਮਨ ਦੀ ਐਕਸਰਸਾਈਜ਼ ਕੀ ਆ? ਇੱਥੇ ਪੁਆਇੰਟ ਨੋਟ ਕਰਨਾ, ਮਨ ਨੂੰ ਕਿੱਦਾਂ ਕੰਟਰੋਲ 'ਚ ਕਰਨਾ, ਮਨ ਨੂੰ ਤਕੜਾ ਕਿੱਦਾਂ ਕਰਨਾ। ਜੇ ਆਪਾਂ ਸਰੀਰ ਨੂੰ ਤਕੜਾ ਕਰਨ ਦੀ ਐਕਸਰਸਾਈਜ਼ ਕਰਦੇ ਹਾਂ, ਆਪਾਂ ਡੰਬਲ ਫੇਰਦੇ ਹਾਂ, ਜਾਂ ਕੋਈ ਬਾਈਸੈਪਸ ਲਾਉਂਦੇ ਹਾਂ, ਕੋਈ ਟ੍ਰਾਈਸੈਪਸ ਲਾਉਂਦੇ ਹਾਂ, ਕੋਈ ਐਬਸ ਕਰਦੇ ਹਾਂ, ਕੋਈ ਸ਼ੋਲਡਰ ਦੀ ਐਕਸਰਸਾਈਜ਼ ਕਰਦੇ ਹਾਂ, ਕੋਈ ਹੋਰ ਆਪਾਂ ਥਾਈਜ਼ ਬਣਾਉਂਦੇ ਹਾਂ ਜਾਂ ਬੈਕ ਥਾਈ ਕੁਛ ਵੀ ਕਰਦੇ ਹਾਂ ਸਰੀਰ ਨੂੰ ਤਕੜਾ ਕਰਨ, ਸਰੀਰ ਦੀ ਸੋਹਣੀ ਸ਼ੇਪ ਬਣ ਜਾਏ, ਸਾਡੇ ਕੱਪੜਾ ਲੀੜਾ ਪਾਇਆ ਸੋਹਣਾ ਲੱਗੇ, ਟੀ-ਸ਼ਰਟ ਪਾਈ ਸੋਹਣੀ ਲੱਗੇ, ਪਤਾ ਲੱਗੇ ਵੀ ਆਪਣੇ ਆਪ ਨੂੰ ਵੀ ਨਫ਼ਰਤ ਨਾ ਹੋਵੇ ਸਰੀਰ ਤੋਂ। ਇਹ ਨਾ ਹੋਵੇ ਵੀ ਕੱਪੜਿਆਂ ਵਿੱਚ ਸਾਨੂੰ ਅਸੀਂ ਚੰਗੇ ਲੱਗੇ, ਜਦੋਂ ਕੱਪੜੇ ਲਾਈਏ ਸਾਨੂੰ ਆਪਣਾ ਸਰੀਰ ਦੇਖਣ ਦੇ ਵਿੱਚ ਸ਼ਰਮ ਆਉਂਦੀ ਹੋਵੇ। ਇੱਦਾਂ ਹੀ ਮੰਨਿਆ ਮਨ ਨੂੰ ਤਕੜਾ ਕਰਨ ਦੇ ਲਈ ਐਕਸਰਸਾਈਜ਼ ਕੀ ਆ? ਮਨ ਨੂੰ ਤਕੜਾ ਕਰਨ ਦੇ ਲਈ ਐਕਸਰਸਾਈਜ਼ ਕੀ ਆ? ਅਸੀਂ ਮਨ ਨੂੰ ਫੜਨਾ ਆ, ਮਨ ਨੂੰ ਪਹਿਲਾਂ ਦੇਖਣਾ ਮਨ ਸਾਡਾ ਕੀ ਚਾਹੁੰਦਾ ਆ। ਉਹ ਜੋ ਚਾਹੁੰਦਾ ਆ ਉਹ ਅਸੀਂ ਪੇਪਰ ਤੇ ਲਿਖ ਲਈਏ। ਮਨ ਚਾਹੁੰਦਾ ਮੇਰੇ ਕੋਲ ਇੰਨੇ ਕੁ ਪੈਸੇ ਹੋਣ, ਉਹ ਲਿਮਿਟ ਬਣਾ ਲਓ। ਜੇ 10,000 ਚਾਹੁੰਦਾ ਤੁਸੀਂ 15 ਲਿਖ ਲਓ। ਮਨ ਕਹਿੰਦਾ ਮੇਰੇ ਕੋਲ ਆਹ ਗੱਡੀ ਹੋਵੇ, ਇਹ ਗੱਡੀ ਜਿਹੜੀ ਆ ਜੀ ਕਿੰਨੇ ਕੁ ਦੀ ਹੋਊਗੀ ਜੀ? ਮੰਨ ਲਓ 20,000 ਪਾਉਂਡ ਦੀ ਗੱਡੀ ਹੋਏਗੀ। ਤੁਸੀਂ ਇੱਦਾਂ ਕਰੋ 25,000 ਪਾਉਂਡ ਦੀ ਰੱਖ ਕੇ ਚੱਲੋ, ਥੋੜਾ ਜਿਹਾ ਐਕਸਟਰਾ ਰੱਖ ਕੇ ਚੱਲੋ।
ਮਨ ਕਹਿੰਦਾ ਮੇਰੇ ਕੋਲ ਵੱਡਾ ਘਰ ਹੋਵੇ, ਚਲੋ ਜੀ ਮਨ ਕਹਿੰਦਾ ਜੀ ਮੇਰੇ ਕੋਲ 3-4 ਬੈਡਰੂਮ ਦਾ ਘਰ ਹੋਵੇ, ਤੁਸੀਂ ਇਦਾਂ ਕਰੋ ਤੁਸੀਂ 4-5 ਬੈਡਰੂਮ ਦਾ ਘਰ ਰੱਖ ਕੇ ਚੱਲੋ। ਇਹ ਆਪਣੀਆਂ ਖੁਆਇਸ਼ਾਂ ਤੁਸੀਂ ਮਨ ਦੀਆਂ ਖੁਆਇਸ਼ਾਂ ਪੇਪਰ ਤੇ ਲਿਖ ਲਈਆਂ। ਫਿਰ ਇਹਨਾਂ ਖੁਆਇਸ਼ਾਂ ਦੇ ਨਾਲ ਤੁਸੀਂ ਗੱਲਾਂ ਕਰਨੀਆਂ। ਮੈਨੂੰ ਜ਼ਰੂਰਤ ਹੈ 20-25 ਹਜ਼ਾਰ ਪਾਉਣ ਗੱਡੀ ਦੀ, ਮੇਰੀ ਹੈਸੀਅਤ ਹੈ, ਮੈਂ ਪੰਗੇ 'ਚ ਤਾਂ ਨਹੀਂ ਫਸ ਜਾਵਾਂਗਾ, ਮੈਂ ਕਿਤੇ ਲੋਨ ਲੈ ਕੇ ਮੈਂ ਕਿਸ਼ਤਾਂ ਵਿੱਚ ਤਾਂ ਨਹੀਂ ਫਸ ਜਾਵਾਂਗਾ, ਕੋਈ ਬਾਅਦ ਵਿੱਚ ਮੇਰੇ ਕੋਲ ਦੇ ਨਾ ਹੋਣ ਕਿ ਉਹ ਕੀ ਹੋਵੇ, ਮੈਂ ਬੈਂਕਰਪਟ ਹੋ ਜਾ, ਮੈਂ ਬਲੈਕ ਲਿਸਟ ਹੋ ਜਾ, ਮੇਰੇ ਕੋਲ ਗੱਡੀ ਵੀ ਲੈ ਜਾਣ, ਉਹ ਜਿਹੜਾ ਪੈਸਾ ਦਿੱਤਾ ਉਹ ਵੀ ਗਿਆ, ਜਿਹੜਾ ਥੋੜੇ ਵਾਲੇ ਕਿਸ਼ਤਾਂ ਵਿੱਚ ਦਿੱਤੇ ਉਹ ਵੀ ਗਏ, ਮੇਰੀ ਗੱਡੀ ਵੀ ਗਈ, ਖਾਲੀ ਹੱਥ ਦੇ ਹੱਥ ਖਾਲੀ। ਫਿਰ ਜੇ ਅਸੀਂ ਵੱਡਾ ਘਰ ਚਾਹੁੰਦੇ ਆ, ਵੱਡਾ ਘਰ ਲੈਣ ਤੋਂ ਪਹਿਲਾਂ ਹੀ ਦੇਖੀਏ ਇਹਦੇ ਐਕਸਪੈਂਡੀਚਰਸ ਕਿੰਨੇ ਸਾਡੇ ਹੈਗੇ ਆ, ਉਹਦੇ ਵਿੱਚ ਤੁਸੀਂ ਤੁਹਾਡਾ ਪਾਣੀ ਦਾ ਬਿੱਲ ਕਿੰਨਾ ਆਉਣਾ, ਤੁਹਾਡੀ ਕਿਸ਼ਤ ਕਿੰਨੀ ਜਾਣੀ ਆ। ਜੇ ਤੁਸੀਂ ਲੋਡਡ ਆ, ਮਤਲਬ ਤੁਹਾਡੇ ਕੋਲ ਪੈਸਾ ਬਥੇਰਾ ਆ, ਉਹ ਵੱਖਰੀ ਗੱਲ ਹੈ, ਠੀਕ, ਪਰ ਫਿਰ ਵੀ ਉਹਦੇ ਵਿੱਚ ਮਨ ਦੀ ਐਕਸਰਸਾਈਜ਼ ਨਹੀਂ ਆਉਂਦੀ, ਮਨ ਤਕੜੇ ਵਾਲੀ ਗੱਲ ਨਹੀਂ ਆਉਂਦੀ। ਅਸੀਂ ਮਨ ਨੂੰ ਤਕੜਾ ਕਿੱਦਾਂ ਕਰਨਾ? ਮਨ ਨੂੰ ਤਕੜਾ ਕਰਨ ਦੇ ਲਈ ਮਨ ਦੀਆਂ ਜਿਹੜੀਆਂ ਭਾਵਨਾਵਾਂ ਆ ਇਹਨਾਂ ਦੇ ਨਾਲ ਗੱਲਾਂ ਕਰਨੀਆਂ ਪੈਣੀਆਂ। ਵੀ ਮਨਾ ਤੁਸੀਂ ਜਦੋਂ ਮਨ ਦੇ ਨਾਲ ਗੱਲਾਂ ਕਰਨੀਆਂ ਨਾ, ਤੁਸੀਂ ਦਾ ਮਤਲਬ ਨਹੀਂ ਮੈਂ ਵੀ ਵਿੱਚ ਹੀ ਆ ਜਾਣਾ। ਆਪਾਂ ਜਦੋਂ ਮਨ ਦੇ ਨਾਲ ਗੱਲਾਂ ਕਰਨੀਆਂ, ਆਪਾਂ ਮਨ ਨੂੰ ਇੱਕ ਆਪਣਾ ਬੱਚਾ ਸਮਝ ਕੇ ਰੱਖੀਏ ਮੋਰੇ। ਜਿੱਦਾਂ ਹੁਣ ਮੇਰੇ 2 ਲੜਕੇ ਨੇ, 2 ਲੜਕੇ ਜਿਹੜੇ ਆ ਉਹਨਾਂ ਨੂੰ ਮੈਂ ਕਿਸੇ ਤਰੀਕੇ ਦੇ ਨਾਲ ਬੁਝਾ ਕੇ ਸਮਝਾ ਲਵਾਂਗਾ। ਕੋਈ ਇੱਦਾਂ ਦਾ ਉਹਨਾਂ ਨੂੰ ਹੋ ਸਕਦਾ ਮੈਂ ਦਬਕਾ ਵੀ ਮਾਰਦਾ ਜਾਂ ਮੈਂ ਥੋੜਾ ਜਿਹਾ ਘੂਰੀ ਵੱਟਦਾ, ਉਹ ਸਮਝ ਜਾਊਗੇ। ਪਰ ਜਿਹੜਾ ਮਨ ਆ ਇਹਨੂੰ ਸਮਝਾਉਣਾ ਬੜਾ ਔਖਾ ਆ। ਇਹਨੂੰ ਇੱਕ ਤੀਸਰਾ ਬੱਚਾ ਸਮਝ ਕੇ ਨਾਲ ਰੱਖਣਾ ਵੀ ਜਿਹੜਾ ਮੇਰਾ ਤੀਸਰਾ ਬੱਚਾ ਆ ਇਹ ਬਹੁਤ ਜ਼ਿਆਦਾ ਜਿੱਦੀ ਆ, ਇਹ ਛੇਤੀ ਕਿਤੇ ਮੰਨਦਾ ਨਹੀਂ, ਬਸ ਇਹਨੂੰ ਮਨਾਉਣਾ ਮੈਂ। ਤੀਸਰੇ ਬੱਚੇ ਦੇ ਨਾਲ ਆਪਾਂ ਗੱਲਾਂ ਕਰਨੀਆਂ ਵੀ ਬੱਚੇ ਹੈ ਮਨ ਸਾਡਾ, ਬੱਚੇ ਦੇਖੋ ਤੇਰੀ ਜ਼ਰੂਰਤ ਜਿਹੜੀ ਆ ਉਹ ਤੂੰ ਕਹਿੰਦਾ ਵੀ ਮੈਨੂੰ ਗੱਡੀ ਚਾਹੀਦੀ ਆ, ਠੀਕ ਹੈ, ਪਰ ਤੈਨੂੰ ਚਲਾਉਣਾ ਤਾਂ ਸਾਈਕਲ ਵੀ ਨਹੀਂ ਆਉਂਦਾ, ਤੈਨੂੰ ਚਲਾਉਣਾ ਤਾਂ ਇਲੈਕਟ੍ਰਿਕ ਸਕੂਟਰ ਵੀ ਨਹੀਂ ਆਉਂਦਾ, ਤੂੰ ਮੰਗਦਾ ਕਾਰ ਆ। ਪਹਿਲਾਂ ਸਾਈਕਲ ਜਾਂ ਸਕੂਟਰ ਦੇ ਏਬਲ ਹੋ ਜਾ, ਫਿਰ ਤੈਨੂੰ ਗੱਡੀ ਵੀ ਲੈ ਦਾਂਗੇ। ਇਹ ਮਨ ਦੇ ਨਾਲ ਆਪਾਂ ਗੱਲਾਂ ਕਰੀਏ, ਮਨ ਨੂੰ ਬੱਚਾ ਰੱਖ ਲਈ, ਬੱਚਾ ਬਿਠਾ ਲਈ, ਇੱਥੇ ਬਿਠਾ ਲਈ ਨਾ, ਕੁੱਛੜ ਚੱਕ ਕੇ ਤਾਂ ਬਿਠਾ ਲਈਏ ਇੱਕ ਮਨ ਸਮਝ ਕੇ ਵੀ ਦੇਖੋ ਪੁੱਤਰ ਜੀ ਜਾਂ ਬੇਟਾ ਜੀ ਤੁਸੀਂ ਆਹ ਚੀਜ਼ ਮੰਗਦੇ ਆ, ਤੁਹਾਡੇ ਲਈ ਜ਼ਰੂਰੀ ਨਹੀਂ ਹੈ ਜੀ, ਤੈਨੂੰ ਇਹ ਚੀਜ਼ ਦੀ ਲੋੜ ਨਹੀਂ ਹੈ ਜੀ, ਠੀਕ, ਫਿਰ ਤੂੰ ਆਹ ਚੀਜ਼ ਮੰਗਦਾ, ਆਹ ਚੀਜ਼ ਮੰਗਦਾ, ਆਹ ਚੀਜ਼ ਮੰਗਦਾ, ਇਹਨਾਂ ਚੀਜ਼ਾਂ ਤੱਕ ਤੇਰੀ ਪਹੁੰਚ ਨਹੀਂ ਹੈ ਜੀ, ਤੈਂ ਫਸ ਜਾਣਾ, ਤੂੰ ਰੋਏਂਗਾ, ਕਰਲਾਏਂਗਾ, ਬਾਅਦ ਵਿੱਚ ਤੂੰ ਫਿਰ ਮੇਰੇ ਕੋਲ ਆਉਣਾ। ਫਿਰ ਜੇ ਬੱਚਾ ਨਹੀਂ ਮੰਨਦਾ ਕੀ ਹੁੰਦਾ? ਮਨ ਜਦੋਂ ਆਪਣੀ ਮਰਜ਼ੀ ਕਰਦਾ ਨਾ ਫਿਰ ਗਲਤ ਕੰਮ ਕਰ ਬੈਂਦਾ। ਫਿਰ ਜਦੋਂ ਇਹ ਗਲਤ ਕੰਮ ਕਰ ਬੈਂਦਾ ਫਿਰ ਦਾ ਇੱਕੋ ਇੱਕ ਇਹ ਕੰਮ ਕਰਦਾ, ਉਹ ਹੁੰਦਾ ਪਛਤਾਵਾ। ਕਈ ਦਫਾ ਜਿਹੜਾ ਪਛਤਾਵਾ ਆ ਸਾਰੀ ਉਮਰ ਦਾ ਪੈ ਜਾਂਦਾ ਬੰਦੇ ਨੂੰ, ਕਈ ਦਫਾ ਇਹ ਪਛਤਾਵਾ ਥੋੜੇ ਟਾਈਮ ਦਾ ਹੁੰਦਾ, ਪਰ ਕਈ ਦਫਾ ਪਛਤਾਵਾ ਜਿਹੜਾ ਹੈ ਕਈ ਸਾਲਾਂ ਤੱਕ ਵੀ ਜਾਂਦਾ ਹੈ। ਹੀਲ ਹੋਣ ਦੇ ਲਈ ਟਾਈਮ ਲੱਗਦਾ ਬਹੁਤ ਜ਼ਿਆਦਾ, ਕਈ ਦਫਾ ਇਹ ਹੀਲ ਹੁੰਦਾ ਹੀ ਨਹੀਂ ਆ। ਜਿਸ ਤਰ੍ਹਾਂ ਅਸੀਂ ਗੱਡੀ ਸ਼ਰਾਬ ਪੀ ਕੇ ਚਲਾਈਏ, ਸ਼ਰਾਬ ਪੀ ਕੇ ਗੱਡੀ ਚਲਾਉਂਦਾ ਬੰਦਾ ਉਦੋਂ ਲੋੜ ਦੇ ਵਿੱਚ ਹੁੰਦਾ, ਉਹਨੂੰ ਪਤਾ ਨਹੀਂ ਹੁੰਦਾ, ਉਹ ਕਹਿੰਦਾ ਮੈਂ ਹੀ ਮੈਂ ਆ ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ। ਉਹ ਕੀ ਕਰਦਾ? ਬਸ ਗੱਡੀ ਵਿੱਚ ਮਾਰ ਦਿੰਦਾ ਕਿਸੇ ਦੇ। ਰੱਬ ਨਾ ਕਰੇ ਉਹ ਦੂਸਰੀ ਗੱਡੀ ਦੇ ਵਿੱਚ ਕਿਸੇ ਦੇ ਬੱਚੇ ਹੋਣ, ਉਹ ਮਰ ਜਾਣ, ਉਹ ਇੱਦਾਂ ਦੇ ਇੰਜਰ ਹੋ ਜਾਣ, ਉੱਦਾਂ ਦੇ ਸੱਟ ਚੋਟ ਲੱਗ ਜਾਏ, ਇਹ ਪੁਲਿਸ ਵਿੱਚ ਥਾਣੇ ਚਲ ਜਾਏ, ਪੁਲਿਸ ਵਾਲੇ ਨੂੰ ਫੜ ਕੇ ਅੰਦਰ ਕਰ ਦੇਣ, ਸਾਰੀ ਉਮਰ ਲਈ ਹੋ ਸਕਦਾ ਜਾਂ ਸਾਰੀ ਲਾਈਫ ਸੈਂਟੈਂਸ ਮਿਲ ਜਾਏ ਜਾਂ ਕਿਸੇ ਤਰੀਕੇ ਨਾਲ ਕਈ ਸਾਲਾਂ ਦੀ ਸਜ਼ਾ ਮਿਲ ਜਾਵੇ। ਇਹਨੇ ਉਹ ਨਿੱਕੀ ਜਿਹੀ ਗਲਤੀ ਜਿਹੜੀ ਆ ਉਹ ਇਹ ਪਛਤਾਉਣਾ ਵੀ ਮਨਾ ਤੂੰ ਨਾ ਪੀਂਦਾ ਕਮਲਿਆ, ਤੂੰ ਨਾ ਪੀਂਦਾ, ਤੈਨੂੰ ਕਿਹੜੇ ਕੰਜਰ ਨੇ ਕਿਹਾ ਸੀ ਪੀਣ ਨੂੰ, ਤੈਨੂੰ ਸੌਰੀ ਮਾਈ ਲੈਂਗੁਏਜ, ਤੈਨੂੰ ਕਿਹੜੇ ਬੇਵਕੂਫ ਨੇ ਕਿਹਾ ਸੀ ਪੀਣ ਨੂੰ ਵੀ ਤੂੰ ਸ਼ਰਾਬ ਪੀ ਗੱਡੀ ਚਲਾ, ਜਦ ਪਤਾ ਹੈ ਵੀ ਲਿਖਿਆ ਥੈਂ ਡਰਿੰਕ ਡਰਾਈਵ ਤੁਸੀਂ ਨਾ ਕਰੋ, ਫਿਰ ਤੂੰ ਕਿਉਂ ਕੀਤੀ? ਆਪਾਂ ਫਿਰ ਮਨ ਨੂੰ ਸਮਝਾਉਂਦੇ ਆ, ਪਰ ਉਦੋਂ ਆਪਾਂ ਟੂ ਲੇਟ ਹੋ ਜਾਂਦੇ ਆ। ਇਸ ਕਰਕੇ ਆਪਣੇ ਮਨ ਦੇ ਨਾਲ ਗੱਲਾਂ ਕਰਨੀਆਂ ਹੀ ਮਨ ਦੀ ਐਕਸਰਸਾਈਜ਼ ਹੁੰਦੀ ਆ। ਆਪਣੇ ਮਨ ਦੇ ਨਾਲ ਬਹਿਣਾ, ਆਪਣੇ ਮਨ ਨੂੰ ਸੁਣਨਾ, ਆਪਣੇ ਮਨ ਨੂੰ ਇੱਕ ਬੱਚਾ ਸਮਝ ਕੇ ਇਹਦੀਆਂ ਖੁਆਇਸ਼ਾਂ ਸੁਣਨੀਆਂ, ਇਹਨਾਂ ਖੁਆਇਸ਼ਾਂ ਤੇ ਗੌਰ ਕਰਨਾ, ਇਹਨਾਂ ਨੂੰ ਜਿਹੜੀਆਂ ਮਨ ਨੂੰ ਚੀਜ਼ਾਂ ਚਾਹੀਦੀਆਂ ਆ ਉਹ ਅਵੇਲੇਬਲ ਵੀ ਹੋ ਸਕਦੀਆਂ ਆ, ਪਰ ਉਹਦੀ ਲਿਮਟ ਦੇ ਅਕੋਰਡਿੰਗ, ਵੀ ਮਨ ਦੀ ਲਿਮਟ ਕਿੰਨੀ ਕਿ ਮਨ ਜਿਹੜਾ ਆ ਜੇ ਉਹ ਗੱਡੀ ਮੰਗਦਾ ਆ ਪਰ ਉਹਦੀ ਲਿਮਟ ਜਿਹੜੀ ਆ ਉਹ ਦੂਜੇ ਸਕੂਟਰ ਤੱਕ ਹੀ ਆ ਜਾਂ ਮੋਟਰਸਾਈਕਲ ਤੱਕ ਹੀ ਆ, ਕਿਉਂਕਿ ਅਜੇ ਇਹਨੂੰ ਚਲਾਉਣਾ ਚੰਗੀ ਤਰ੍ਹਾਂ ਆਉਂਦਾ ਨਹੀਂ, ਜਾਂ ਇਹਦੀ ਜਿਹੜੀ ਇਨਕਮ ਹੈ ਇੱਥੇ ਤੱਕ ਹੀ ਲਿਮਟ ਆ, ਠੀਕ। ਕਾਰ ਲੈਣ ਦੇ ਲਈ ਇਹਨੂੰ ਮਿਹਨਤ ਕਰਨੀ ਪੈਣੀ ਆ, ਮੁਸ਼ੱਕਤ ਕਰਨੀ ਪੈਣੀ ਆ, ਹੋਰ ਤਰੱਕੀ ਕਰਨੀ ਪੈਣੀ, ਫਿਰ ਗੱਡੀ ਵੀ ਲੈ ਲੂਗਾ ਹੌਲੀ ਹੌਲੀ। ਇਹ ਮਨ ਨੂੰ ਜੇ ਅਸੀਂ ਇੱਕ ਬੱਚਾ ਸਮਝ ਕੇ ਤਰੀਕੇ ਨਾਲ ਸਮਝਾ ਕੇ ਚੱਲਾਂਗੇ ਤਾਂ ਸਾਨੂੰ ਇਹ ਬੜਾ ਦੁੱਖ ਨਹੀਂ ਦੇਗਾ। ਪਰ ਮਾਫ ਕਰਨਾ,
ਮਨ ਜਿਹੜਾ ਆ ਇਹਨੇ ਟਪੂਸੀ ਮਾਰਨੀ ਆ। ਬਾਬਾ ਅਵਤਾਰ ਸਿੰਘ ਜੀ ਕਹਿੰਦੇ ਹੁੰਦੇ ਸਨ, ਕਹਿੰਦੇ ਮਨ ਜਿਹੜਾ ਆ ਉਹ ਬਾਂਦਰ ਦੀ ਤਰ੍ਹਾਂ ਹੁੰਦਾ। ਉਹ ਕਿਸ ਤਰ੍ਹਾਂ ਕਿ ਜੇ ਬਾਂਦਰ ਨਹੀਂ ਹੁੰਦਾ, ਬਾਂਦਰ ਨੇ ਕਦੀ ਇਸ ਦਰਖਤ ਤੇ, ਕਦੀ ਉਸ ਦਰਖਤ ਤੇ, ਕਦੀ ਥੱਲੇ, ਕਦੀ ਉੱਤੇ, ਕਦੀ ਉੱਧਰ, ਕਦੀ ਇੱਧਰ, ਇਹਦਾ ਟਪੂਸੀਆਂ ਮਾਰੀ ਜਾਣੀਆਂ। ਬਾਂਦਰ ਦੇ ਜੇ ਗਲ ਦੇ ਵਿੱਚ ਨਾ ਅਸੀਂ 1 ਮੀਟਰ ਦਾ ਜਾਂ 2 ਮੀਟਰ ਦਾ ਰੱਸਾ ਪਾ ਦਈਏ ਤੇ ਉਹਨੂੰ ਬੰਨ੍ਹ ਦਈਏ, ਟਪੂਸੀ ਮਾਰਨੋਂ ਉਸ ਬਾਂਦਰ ਨੇ ਫੇਰ ਵੀ ਨਹੀਂ ਹਟਣਾ। ਟਪੂਸੀ ਮਾਰਨੀ ਆ। ਉਹ ਕਿੰਨੀ ਕੁ ਮਾਰੂਗਾ? ਜਿੰਨੀ ਕੁ ਰੱਸੀ ਉਹਦੀ ਲੰਬੀ ਤੁਸੀਂ ਪਾਈ ਹੋਆ। ਜੇ ਮੀਟਰ ਦੀ ਪਾਈ ਆ, ਉਹਨੇ ਮੀਟਰ ਤੱਕ ਹੀ ਟਪੂਸੀ ਮਾਰਨੀ ਆ। ਮੀਟਰ ਤੱਕ ਹੀ ਉੱਪਰ ਨੂੰ ਟਪੂਸੀ ਮਾਰ ਸਕਦਾ, ਮੀਟਰ ਤੱਕ ਹੀ ਪਿੱਛੇ ਨੂੰ ਮਾਰ ਸਕਦਾ। ਉਹਦਾ ਡਾਇਮੀਟਰ 1 ਮੀਟਰ ਬਣ ਗਿਆ। ਪਰ ਟਪੂਸੀ ਉਹਨੇ ਮਾਰਨੀ ਆ, ਪਰ ਉਹ ਓਨੀ ਮਾਰੂਗਾ ਜਿੰਨੀ ਉਹਦੀ ਲਿਮਟ ਹੋਊਗੀ। ਜੇ 2 ਮੀਟਰ ਦੀ ਲਿਮਟ, 2 ਮੀਟਰ ਤੱਕ ਹੀ ਜਾਊਗਾ। ਇਸ ਕਰਕੇ ਮਨ ਜਿਹੜਾ ਆ ਇਹਨੂੰ ਸਮਝਾ ਬੁਝਾਤਾ ਅਸੀਂ ਲਵਾਂਗੇ, ਪਰ ਇਹਨੇ ਟਪੂਸੀ ਮਾਰਨੋਂ ਫੇਰ ਵੀ ਨਹੀਂ ਹਟਣਾ। ਇਹਨੇ ਰੋਣੋਂ ਪਿੱਟਣੋਂ ਫੇਰ ਵੀ ਨਹੀਂ ਹਟਣਾ। ਤੁਹਾਨੂੰ ਤੰਗ ਕਰਨੋਂ ਫੇਰ ਵੀ ਨਹੀਂ ਹਟਣਾ। ਇਸ ਕਰਕੇ ਇਹਨੂੰ ਸਮਝਾਉਣ ਦੇ ਲਈ ਇਹਦੇ ਨਾਲ ਬਹਿਣਾ ਪੈਣਾ, ਇਹਦੇ ਨਾਲ ਗੱਲਾਂ ਕਰਨੀਆਂ ਪੈਣੀਆਂ। ਇਹਨੂੰ ਇੱਕ ਕਾਉਂਸਲਿੰਗ ਦੇਣੀ ਪੈਣੀ ਮਨ ਨੂੰ ਆਪਣੇ ਆਪ ਨੂੰ ਕਾਉਂਸਲਿੰਗ ਦੇਣੀ ਪੈਣੀ। ਆਪਣੇ ਆਪ ਨਾਲ ਬੈਠਣਾ ਪੈਣਾ ਸਾਨੂੰ। ਅੱਜ ਹੀ ਕਿਸੇ ਯਾਰ ਦੋਸਤ ਦੇ ਨਾਲ ਗੱਲ ਕਰ ਰਿਹਾ ਸੀ ਕਿ ਜੇ ਅਸੀਂ ਰੋਜ਼ ਨਹੀਂ 5 ਮਿੰਟ 10 ਮਿੰਟ ਆਪਣੇ ਲਈ ਕੱਢ ਸਕਦੇ, ਹਫ਼ਤੇ ਦੇ ਵਿੱਚ 15 ਮਿੰਟ ਕੱਢ ਲਓ, ਹਫ਼ਤੇ ਦੇ ਵਿੱਚ ਅੱਧਾ ਘੰਟਾ ਕੱਢ ਲਓ, 10 ਮਿੰਟ ਕੱਢ ਲਓ, ਬਹਿ ਜਾਓ, ਬਸ ਬਹਿ ਜਾਓ, ਕੁਛ ਨਹੀਂ ਕਰਨ ਦੀ ਲੋੜ। 10 ਮਿੰਟ ਬਹਿ ਜਾਓ, ਆਪਣੇ ਆਪ ਦੇ ਨਾਲ ਗੱਲਾਂ ਕਰੋ ਵੀ ਤੂੰ ਕਿੱਥੇ ਐ ਇਸ ਵੇਲੇ। ਤੇਰੇ ਘਰ ਦੇ ਵਿੱਚ ਫਰਿੱਜ ਵਿੱਚ ਖਾਣਾ ਪਿਆ, ਰਸੋਈ ਵਿੱਚ ਖਾਣਾ ਹੈਗਾ। ਅੱਜ ਦੀ ਗੱਲ ਕਰ, ਕੱਲ ਕਿਹਨੇ ਦੇਖਿਆ? ਅਸੀਂ ਕੱਲ ਤੇ ਫਿਊਚਰ ਤੇ ਪਾਸਟ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਜੀ ਜਾਂਦੇ, ਪ੍ਰੈਜ਼ੈਂਟ ਨੂੰ ਇੰਜੋਏ ਨਹੀਂ ਕਰਦੇ। ਅਸੀਂ ਅੱਜ ਨੂੰ ਪਕੜਨਾ। ਅੱਜ ਮੇਰੇ ਕੋਲ ਕੀ ਆ? ਮੇਰੀ ਕਿਚਨ ਦੇ ਵਿੱਚ ਸਮਾਨ ਹੈ ਅਵੇਲੇਬਲ, ਖਾਣ ਪੀਣ ਨੂੰ ਸਾਰਾ ਕੁਝ ਪਿਆ, ਆਟਾ ਪਿਆ, ਦਾਲ ਸਬਜ਼ੀਆਂ ਪਈਆਂ। ਅੱਜ ਦਾ ਖਾਣਾ ਜਿਹੜਾ ਆ ਮੇਰੇ ਲਈ ਮੋਰ ਦੈਨ ਇਨਫ ਪਿਆ ਆ, ਠੀਕ। ਪਰ ਅਸੀਂ ਬਾਹਰਲੀਆਂ ਕੰਟਰੀਆਂ 'ਚ ਰਹਿੰਦੇ ਹਾਂ। ਬਾਹਰਲੀਆਂ ਕੰਟਰੀਆਂ ਦੇ ਵਿੱਚ ਖਰਚੇ ਜ਼ਿਆਦਾ ਆ, ਕਿਸ਼ਤਾਂ ਜਾਂਦੀਆਂ ਆ। ਪਰ ਖਰਚੇ ਦੋਸਤੋ ਕਈ ਦਫਾ ਅਸੀਂ ਆਪਣੇ ਆਪ ਖੁਦ ਵਧਾਏ ਹੁੰਦੇ ਆ। ਖਰਚੇ ਹੁੰਦੇ ਨਹੀਂ, ਅਸੀਂ ਖੁਦ ਆਪ ਵਧਾ ਲੈਂਦੇ ਹਾਂ। ਇਸ ਕਰਕੇ ਇਹਨਾਂ ਖਰਚਿਆਂ ਨੂੰ ਕੰਟਰੋਲ ਦੇ ਵਿੱਚ ਰੱਖਣ ਦੀ ਜ਼ਰੂਰਤ ਹੈ। ਜਦੋਂ ਅਸੀਂ ਖਰਚਿਆਂ ਨੂੰ ਕੰਟਰੋਲ 'ਚ ਰੱਖਾਂਗੇ, ਸਾਡਾ ਰੱਖਣਾ ਕਿਹਨੇ? ਇੱਥੇ ਵੀ ਪੁਆਇੰਟ ਆ ਜਾਂਦਾ। ਖਰਚਿਆਂ ਨੂੰ ਕੰਟਰੋਲ ਸਾਡੇ ਮਨ ਨੇ ਹੀ ਰੱਖਣਾ। ਜਦੋਂ ਅਸੀਂ ਮਨ ਨੂੰ ਸਮਝਾ ਲਾਂਗੇ, ਸਾਡੇ ਖਰਚੇ ਕੰਟਰੋਲ ਹੋ ਜਾਣੇ ਆ। ਜੇ ਅਸੀਂ ਮਨ ਨੂੰ ਸਮਝਾ ਲਾਂਗੇ, ਅਸੀਂ ਸਵੇਰ ਨੂੰ ਉੱਠ ਕੇ ਗੁਰੂ ਘਰ ਚਲ ਜਾਣਾ ਆ। ਜੇ ਅਸੀਂ ਮਨ ਨੂੰ ਸਮਝਾ ਲਾਂਗੇ, ਅਸੀਂ ਗੁਰੂ ਘਰ 'ਚ ਬੈਠੇ ਵੀ ਹੋਵਾਂਗੇ ਨਾ, ਸਾਡਾ ਮਨ ਨਾਲ ਬੈਠਾ ਹੋਏਗਾ। ਅਸੀਂ ਸਰੀਰਕ ਤੌਰ ਤੇ, ਅਸੀਂ ਫਿਜ਼ੀਕਲ ਤੌਰ ਤੇ ਨਹੀਂ ਬੈਠੇ ਹੋਣਾ। ਜੇ ਅਸੀਂ ਮਨ ਨੂੰ ਕੰਟਰੋਲ ਕਰਾਂਗੇ, ਹਲੋ ਬੱਚੇ ਇੱਧਰ ਆਓ, ਮਨ ਨੂੰ ਬੱਚੇ ਦੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰੀਏ। ਬੈਠੋ, ਇੱਥੇ ਬੈਠੋ, ਤੂੰ ਗੁਰੂ ਘਰ ਆਇਆ, ਸੁਣਨਾ ਇੱਥੇ ਕੀ ਕਹਿ ਰਹੇ ਆ। ਇੱਥੇ ਜੋ ਸਾਡੇ ਕੋਲ ਆਰਡਰਸ, ਕਮਾਂਡਮੈਂਟਸ ਆ ਰਹੇ ਨੇ, ਹੁਕਮਨਾਮੇ ਆ ਰਹੇ ਨੇ, ਇਹਨਾਂ ਨੂੰ ਸੁਣਨਾ ਤੇ ਸੁਣ ਕੇ ਅਪਲਾਈ ਕਰਨਾ। ਮੈਂ ਇੱਥੇ ਸਰੀਰ ਨੂੰ ਮੈਂ ਕੀ ਕਰਨਾ? ਸਮਝਾਉਣਾ। ਤਾਂ ਮੈਂ ਤੈਨੂੰ ਲੈ ਕੇ, ਮੈਂ ਤੈਨੂੰ ਆਇਆ, ਤੂੰ ਬਦਲ ਗਿਆ, ਤੂੰ ਸਮਝ ਗਿਆ, ਮੇਰੀ ਜ਼ਿੰਦਗੀ ਸਮਝ ਜਾਣੀ ਆ, ਮੇਰੀ ਜ਼ਿੰਦਗੀ ਪਾਕ ਹੋ ਜਾਣੀ, ਪਵਿੱਤਰ ਹੋ ਜਾਣੀ ਆ। ਤੋ ਆਓ ਦੋਸਤੋ, ਅੱਜ ਦੇ ਲਈ ਇੰਨਾ ਕੁ। ਤੇ ਕਿਉਂਕਿ ਮੈਂ ਕੋਸ਼ਿਸ਼ ਇਹ ਕਰਦਾ ਹੁੰਦਾ ਕਿ ਅੱਧੇ ਘੰਟੇ ਤੱਕ ਇਹ ਵੀਡੀਓ ਬਣਾਈ ਜਾਏ, ਕਿ ਅੱਧੇ ਘੰਟੇ ਤੋਂ ਜ਼ਿਆਦਾ ਵੀਡੀਓ ਬਣੇਗੀ ਤਾਂ ਕਈ ਦਫਾ ਥੋੜੀ ਬੋਰਿੰਗ ਵੀ ਹੋ ਜਾਂਦੀ ਹੈ। ਤੇ ਆਓ ਵਾਧੂ ਘੱਟੂ ਗੱਲ ਕਹਿ ਗਿਆ ਹਮਾਂ ਆਪ ਜੀ ਤੋਂ ਖਿਮਾ ਮੰਗਦਾ, ਤੇ ਅੱਗੇ ਤੋਂ ਆਸ਼ੀਰਵਾਦ ਦਿਓ। ਸੋਹਣੀ ਬਾਣੀ ਬੋਲਾਂ, ਸੋਹਣਾ ਜ਼ਿੰਦਗੀ ਨੂੰ ਜੀਵਾਂ, ਪੜ੍ਹਾਂ ਸੋਹਣਾ, ਲਿਖਾਂ ਸੋਹਣਾ, ਸਮਝਾਂ ਸੋਹਣਾ। ਇਹ ਤਦ ਹੀ ਹੋ ਸਕਦਾ ਜੇ ਮੈਂ ਆਪਣੇ ਮਨ ਨੂੰ ਇਸ ਅਕਾਲ ਪੁਰਖ ਦੇ ਨਾਲ, ਪਰਮਾਤਮਾ ਦੇ ਨਾਲ, ਨਿਰਾਕਾਰ ਦੇ ਨਾਲ ਜੋੜੀ ਰੱਖਾਂਗਾ। ਜਿੰਨੇ ਵੀ ਮੈਨੂੰ ਹੁਕਮਨਾਮੇ ਆਉਂਦੇ ਨੇ ਬਾਣੀਆਂ ਦੇ ਥਰੂ, ਇਸ ਮਨ ਨੂੰ ਮੈਂ ਉਹਨਾਂ ਹੁਕਮਨਾਮਿਆਂ ਦੇ ਮੁਤਾਬਕ ਸਮਝਾਵਾਂਗਾ, ਚੱਲਾਂਗਾ, ਤਦ ਹੀ ਮੈਂ ਜ਼ਿੰਦਗੀ ਵਧੀਆ ਜੀ ਸਕਦਾ। ਥੈਂਕ ਯੂ।